वाहिगुरु जी। बाणी भगत कबीर जियो की। राग भैरों गंग गुसाइण गहर गंभीर। जंजीर बांध कर खरे कबीर। मन ना डिगै तन काहे को डराए। चरण कमल चित रहे ओ समाए। रहाओ। गंगा की लहर में टूटे जंजीर। मृगशाला पर बैठे कबीर। कह कुंबेर को संग ना साथ। जल थल राखुन है रघुनाथ। जुगो जुग अटल साहिब श्री गुरु ग्रंथ साहिब जी की पावन पवित्र गोद। छोटे वड्डे माता गुजर कौर जी बहुत प्यार वाले सिंह, उन्हां दीआं शहीदियां नूं याद करदिआं होइआं पिछले कई रोज़ तो गुरमत ज्ञान मिशनरी कालेज वालों ये दीवाना की लड़ी चलाई जा रही है। अज की लड़ी इस पावन पवित्र गुरुद्वारा साहब विखे यह चल रही है, जिस विच बहुत ही प्यार दे नाल बच्चे बच्चियां ने शब्द कीर्तन द्वारा कवितावां द्वारा आप संगत नूं गुर इतिहास नाल गुरबाणी के सिद्धांत नाल जोड़न दा यतन कीता है। मैं गुरुद्वारा साहब विच आ रहा सी, बड़े प्यार दे नाल नौजवान बच्चा इस शब्द का गायन कर रहा सी। मन ना डिगे तन काहे को डर। सोचिया भी इस शब्द की विचार कर लीए। हर साल की तरह इस साल भी गुरमत ज्ञान मिशनरी कालेज के उद्यम सदका इलाके दियां समूह संगतां दे सहयोग सदका इन्हां दीवानां दे राहीं बच्चियां नूं परिवारां नूं सिੱਖੀ दे नाल जोड़न दा बहुत वड्डा उपराला कीता जा रहा है। आप सारियां संगतां दा धन्नवाद है कि इस ठंड भरे मौसम दे विच भी अपने परिवारां अपने रजेवें विचों समा कढ के गुरु की गोद विच बैठे हो। अगलेरियां विचारा आरंभ करन तो पहला कलगीधर पिता जी वालों बख्शिश की हुई गुरु फतेह नाल प्यार विच भेज के बा अदब इको वार कहण ते गज वज के आखो जी वाहिगुरू जी का खालसा वाहिगुरू जी की फतेह। सुल्तानपुर की धरती ते गुरु नानक पातशाह जी वेई नदी विच उतरे। वेई नदी केड़ी है? वो वेई नदी दिमाग विच चल रही, एक जमीन ते चल रही है, एक वेई नदी साडे दिमाग विच चल रही है। दिमाग वाली वेई नदी के संबंध अंदर बाबा कबीर साहब का बड़ा प्यारा वाक है। आसमान मिहाने लहंग दरिया गुसल करदन बूद। आसमान दिमाग लहंग लंघ रही है, दरिया दरिया रब दे गुणां दा ये वेई नदी है, ये दरिया है। आसमान मिहाने लहंग दरिया गुसल करदन बूद। अपने दिमाग विच
ਉਤਰ ਕੇ ਰੱਬ ਦੇ ਗੁਣਾਂ ਨਾਲ ਇਸ਼ਨਾਨ ਕਰ, ਤਾਂ ਕਿ ਤੇਰਾ ਆਤਮਿਕ ਬਲ ਬਲਵਾਨ ਹੋਵੇ ਤੇ ਕਰਮ ਕਾਂਡਾਂ ਵੱਲੋਂ ਤੇਰਾ ਖਹਿੜਾ ਛੁੱਟ ਸਕੇ। ਇਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ ਕਿ ਗੁਰੂ ਸਾਹਿਬ ਜੀ ਨੇ ਭਾਰਤ ਦਾ ਇਤਿਹਾਸ ਪੜ੍ਹਿਆ, ਜਾਚਿਆ, ਅਧਿਐਨ ਕੀਤਾ, ਵੇਖਿਆ ਕਿ ਭਾਰਤ ਵਾਸੀਆਂ ਦੇ ਕੋਲੇ ਆਤਮਿਕ ਬਲ ਨਹੀਂ ਹੈ, ਮਾਨਸਿਕ ਬਲ ਨਹੀਂ ਹੈ। ਇੱਕ ਤੱਥ ਰੱਖਣਾ ਚਾਹੁੰਦਾ ਤੁਹਾਡੇ ਸਾਹਮਣੇ। 1024 ਈਸਵੀ ਨੂੰ ਮਹਿਮੂਦ ਗਜ਼ਨਵੀ ਨੇ 17ਵਾਂ ਹਮਲਾ ਕੀਤਾ ਭਾਰਤ ਤੇ। ਇਹ 17ਵਾਂ ਹਮਲਾ ਕਾਠੀਆਵਾੜ ਦੀ ਰਿਆਸਤ ਜੂਨਾਗੜ੍ਹ, ਜਿੱਥੇ ਸੋਮਨਾਥ ਦਾ ਮੰਦਿਰ ਹੈ, ਉਹਨੂੰ ਲੁੱਟਣ ਦੀ ਨੀਤ ਨਾਲ ਉਹਨੇ ਹਮਲਾ ਕੀਤਾ। ਮੈਂ ਗੱਲ ਮੰਨਦੇ ਕਰ ਰਿਹਾ। ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਨੇ, ਸੋਮਨਾਥ ਦਾ ਮੰਦਿਰ, ਉਹਦੇ ਵਿੱਚ 56 ਪਿਲਰ ਥੰਮ ਖੜੇ ਆ, ਜਿਨ੍ਹਾਂ ਵਿੱਚ ਸੋਨਾ, ਚਾਂਦੀ ਇਤਿਆਦਿ ਭਰਿਆ ਹੋਇਆ। ਦੀਵਾਰਾਂ ਵਿੱਚ ਵੀ ਹੀਰੇ ਜਵਾਹਰਾਤ ਭਰੇ ਹੋਏ ਨੇ। 5 ਗਜ ਦੀ ਸ਼ਿਵ ਦੀ ਤਸਵੀਰ ਵਿੱਚ ਮੂਰਤ ਲਟਕ ਰਹੀ ਹੈ। ਦੱਸਿਆ ਜਾਂਦਾ ਵੀ ਇਹ ਕਰਾਮਾਤ ਹੈ, ਡਿੱਗਦੀ ਨਹੀਂ ਹੈ। ਉਹਨੇ ਕਿਹਾ ਕਰਾਮਾਤ ਨਹੀਂ ਹੈ, ਇਹ ਕਾਰਾਗਰੀ ਹੈ। ਇੱਕ ਦੀਵਾਰ ਨੂੰ ਤੜਾਇਆ, ਮੈਗਨੇਟ ਥੱਲੇ ਡਿੱਗੇ, ਮੂਰਤੀ ਵੀ ਥੱਲੇ ਡਿੱਗ ਪਈ। 200 ਮਣ ਦਾ ਸੋਨੇ ਦਾ ਚੇਨ, ਜਿਹਦੇ ਨਾਲ ਘੜਿਆਲ ਘੰਟਾ ਲਟਕ ਰਿਹਾ ਸੀ, ਦੀਵਾਰਾਂ ਵਿੱਚ ਸੋਨਾ ਚਾਂਦੀ ਸੀ। ਮਹਿਮੂਦ ਗਜ਼ਨਵੀ ਨੇ ਸਾਰਾ ਸਮਾਨ ਲੁੱਟਿਆ ਤੇ ਸਾਡੇ ਭਾਰਤੀਆਂ ਦੇ ਸਿਰਾਂ ਉੱਤੇ ਰੱਖਿਆ। ਕਹਿੰਦਾ ਚਲੋ ਮੇਰੇ ਮੁਲਕ ਨੂੰ। ਇਤਿਹਾਸਕਾਰ ਲਿਖਦੇ ਨੇ ਉਸ ਸ਼ਹਿਰ ਵਿੱਚੋਂ ਕਿਸੇ ਵੀ ਪੁਜਾਰੀ ਨੇ, ਕਿਸੇ ਵੀ ਬੰਦੇ ਨੇ ਮਹਿਮੂਦ ਗਜ਼ਨਵੀ ਦਾ ਵਿਰੋਧ ਨਹੀਂ ਕੀਤਾ। ਮਾਨਸਿਕ ਬਲ ਜਿਹੜਾ ਆ ਉਹ ਖਤਮ ਹੋ ਚੁੱਕਾ ਸੀ। ਮਾਨਸਿਕ ਬਲ, ਮਨ ਨਾ ਡਿੱਗੇ, ਰੌਲਾ ਮਨ ਦਾ ਹੀ ਹੈ। ਗੁਰਬਾਣੀ ਨੇ, ਸਿੱਖ ਇਤਿਹਾਸ ਨੇ ਜਿਹੜਾ ਨਵਾਂ ਮੋੜ ਦਿੱਤਾ ਹੈ, ਉਹ ਬੰਦੇ ਦਾ ਮਾਨਸਿਕ ਬਲ ਜਿਹੜਾ ਆ ਉਹਨੂੰ ਉੱਚਾ ਚੁੱਕਿਆ ਆ। ਉਹਨੂੰ ਇਹ ਸਮਝਾਇਆ ਕਿ ਗੁਰਬਾਣੀ ਪੜ੍ਹੇਗਾ, ਵਿਚਾਰੇਗਾ, ਜੋ ਰੱਬੀ ਗੁਣਿਆ ਉਹਨਾਂ ਨਾਲ ਸਾਂਝ ਪਾਏਗਾ, ਤੇਰਾ ਮਾਨਸਿਕ ਬਲ ਉੱਚਾ ਹੋ ਸਕਦਾ। ਇਸ ਲਈ ਪਹਿਲਾ ਮੁੱਦਾ, ਪਹਿਲਾ ਫਾਰਮੂਲਾ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਨਿਰਭਉ। ਇੱਕ ਓੰਕਾਰ, ਰੱਬ ਇੱਕ ਹੈ, ਤੂੰ ਵੀ ਅੰਦਰੋਂ ਇੱਕ ਹੋਣ ਦਾ ਯਤਨ ਕਰ। ਰੱਬ ਕਿਸੇ ਕੋਲੋਂ ਡਰਦਾ ਨਹੀਂ, ਤੇਰੇ ਅੰਦਰ ਵੀ ਭੈ ਨਹੀਂ ਹੋਣਾ ਚਾਹੀਦਾ। ਨਿਰਭਉ ਜਪੈ ਸਗਲ ਭਉ, ਜਿਨ ਨਿਰਭਉ ਹਰ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਮੌਤ ਦਾ ਡਰ ਸਾਡਿਆਂ ਮਨਾਂ ਵਿੱਚੋਂ ਕੱਢਿਆ ਕਦੋਂ? ਚਰਨ ਕਮਲ ਚਿਤ ਰਹਿਓ ਸਮਾਏ। ਚਿਤ ਦਾ ਕੀ ਅਰਥ ਹੈ? ਮੇਰੀ ਸੁਰਤੀ, ਮੇਰੀ ਵਿਚਾਰ, ਮੇਰੇ ਫੁਰਨੇ। ਚਰਨ ਕਮਲ ਗੁਰਬਾਣੀ ਦਾ ਸ਼ਬਦ, ਇਹਨਾਂ ਦੇ ਨਾਲ ਮੇਰੀ ਸੁਰਤੀ ਜੁੜ ਗਈ ਹੈ। ਇਸ ਵਾਸਤੇ ਮੇਰਾ ਮਨ ਜਿਹੜਾ ਵੀ ਉਹ ਬਲਵਾਨ ਹੋਇਆ। ਕਬੀਰ ਸਾਹਿਬ ਦਾ ਇਹ ਬੜਾ ਪਿਆਰਾ ਵਾਕ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਦੇਖਿਆ ਕਿ ਭਾਰਤ ਲੰਮੇਰੇ ਸਮੇਂ ਤੋਂ ਗੁਲਾਮੀ ਦੀ ਹਾਲਤ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਆ। ਜਿਹੜੇ ਆਪਣੇ ਮੰਦਰਾਂ ਦਾ ਵੀ ਬਚਾਅ ਨਹੀਂ ਕਰ ਸਕੇ, ਜਿਹੜੇ ਆਪਣੇ ਧੀਆਂ ਭੈਣਾਂ ਦਾ ਬਚਾਅ ਨਹੀਂ ਕਰ ਸਕੇ, ਇਹਨਾਂ ਦਾ ਮਾਨਸਿਕ ਬਲ ਬਹੁਤ ਨੀਵਾਂ ਆ ਚੁੱਕਿਆ ਹੈ। ਇਹਨਾਂ ਦਾ ਮਾਨਸਿਕ ਬਲ ਉੱਚਾ ਚੁੱਕਣਾ। ਇਸ ਲਈ ਉਹਨਾਂ ਨੇ ਆਪੋਂ ਜਿੱਥੇ ਗੁਰਬਾਣੀ ਉਚਾਰਨ ਕੀਤੀ, ਨਾਲ ਉੱਥੇ ਉਹਨਾਂ ਵਿਚਾਰਾਂ ਨੂੰ ਵੀ ਨਾਲ ਬਿਠਾਇਆ ਜਿਹੜੇ ਮਨੁੱਖ ਦਾ ਮਾਨਸਿਕ ਬਲ ਉੱਚਾ ਕਰਦੇ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲੀ ਬਾਣੀ ਸ਼ੇਖ ਫਰੀਦ ਸਾਹਿਬ ਦੀ ਆ, ਜਿਨ੍ਹਾਂ ਨੇ ਸਾਰੀ ਮਨੁੱਖਤਾ ਨੂੰ ਇੱਕ ਗੱਲ ਸਮਝਾ ਦਿੱਤੀ ਕਿ ਬੰਦਿਆ, ਜੇ ਤੇਰੇ ਮਨ ਵਿੱਚ ਹੋ ਰਿਹਾ, ਜ਼ੁਬਾਨ ਤੇ ਹੋ ਰਿਹਾ, ਤੇ ਤੂੰ ਅਧੂਰਾ ਮਨੁੱਖ ਹੈ। ਜਿਨ ਮਨ ਹੋਰ ਸੇ ਕਾਂਡੇ, ਕਿੱਡੀ ਤਗੜੀ ਬੁਨਿਆਦ ਰੱਖੀ ਹੈ।
ਗੁਰੂ ਨਾਨਕ ਪਾਤਸ਼ਾਹ ਜੀ ਨੇ ਮਨੁੱਖ ਨੂੰ ਸਮਝਾ ਦਿੱਤਾ, ਮਨ ਜੀਤੇ ਜਗ ਜੀਤ, ਮਨ ਦੇ ਫੁਰਨਿਆਂ ਨੂੰ ਜਿੱਤਣਾ ਹੈ। ਇੱਕ ਬੜੀ ਪਿਆਰੀ ਘਟਨਾ ਵਾਪਰੀ ਨਹੀਂ ਹੁੰਦੀ, ਸਮਝਾਉਣ ਲਈ ਹੁੰਦੀ ਹੈ। ਇੱਕ ਮਲਾਹ ਜਿਹੜਾ ਚਵਾਨੀ ਦਵਾਨੀ 2 ਰੁਪਏ ਲੈ ਕੇ ਮੁਸਾਫਰਾਂ ਨੂੰ ਇੱਕ ਕੰਢੇ ਤੋਂ ਦੂਜੇ ਕੰਢੇ ਤੇ ਲਾਉਂਦਾ ਹੈ। ਇੱਕ ਸੇਠ ਦਾ 10,000 ਰੁਪਈਆ ਬੇੜੇ ਵਿੱਚ ਰਹਿ ਗਿਆ। ਮਲਾਹ ਕਹਿੰਦਾ ਵੀ ਉਹਦਾ ਬੜਾ ਵੱਡਾ ਨੁਕਸਾਨ ਆ, ਮਨ ਵਿੱਚ ਕੋਈ ਲਾਲਚ ਨਹੀਂ ਆਇਆ। ਮੈਂ ਬੇਨਤੀ ਕਰ ਰਿਹਾ ਵੀ ਜਿਹੜਾ ਮਾਨਿਆ ਨਾ ਇਹਦਾ ਯਕੀਨ ਕੋਈ ਨਹੀਂ, ਇਸ ਲਈ ਗੁਰਬਾਣੀ ਨੇ ਕਦੇ ਇਹਨੂੰ ਗਧੇ ਨਾਲ ਤਸ਼ਬੀਹ ਦਿੱਤੀ ਹੈ, ਕਦੇ ਨੂੰ ਹਾਥੀ ਨਾਲ ਤਸ਼ਬੀਹ ਦਿੱਤੀ ਹੈ। ਮਨ ਚੰਚਲ ਹੈ। ਗੁਰਬਾਣੀ ਨੇ ਮਨ ਨੂੰ ਸਥਿਰ ਕੀਤਾ ਹੈ, ਲਾਲਚ ਤੋਂ ਉੱਪਰ ਕੀਤਾ। ਇਹੀ ਵਿਚਾਰਾਂ ਛੋਟੇ ਵੱਡੇ ਸਾਹਿਬਜ਼ਾਦੇ ਦੇ ਜੀਵਨ ਵਿੱਚੋਂ ਅਸੀਂ ਦੇਖਣ ਦਾ ਯਤਨ ਕਰਾਂਗੇ। 10,000 ਰੁਪਏ ਲਏ, ਮਲਾਹ ਸੇਠ ਦੇ ਘਰ ਚੱਲ ਪਿਆ। ਸੇਠ ਮਿਲ ਪਿਆ, ਕਹਿੰਦੇ ਤੁਹਾਡਾ 10,000 ਰੁਪਏ ਡਿੱਗਿਆ ਸੀ, ਮੇਰੇ ਕੋਲ ਰਹਿ ਗਿਆ। ਕਹਿੰਦੇ ਹਾਂ, ਵਾਪਸ ਕੀਤਾ। ਸੇਠ ਨੇ 1000 ਰੁਪਈਆ ਉਹਨੂੰ ਇਨਾਮ ਦੇਣਾ ਚਾਹਿਆ, ਮਲਾਹ ਨੇ ਲਿਆ ਨਹੀਂ। ਉਹ ਕਹਿੰਦਾ ਨਹੀਂ, ਮੈਂ ਆਪਣੀ ਕਿਰਤ ਕਮਾਈ ਤੇ ਭਰੋਸਾ ਰੱਖਦਾ, ਇਦਾਂ ਦੇ ਰੁਪਿਆਂ ਤੇ ਭਰੋਸਾ ਨਹੀਂ ਰੱਖਦਾ। ਵਾਪਸ ਆ ਗਿਆ। ਜਿੱਦਾਂ ਛੋਟੇ ਪਿਆਰੇ ਬੱਚੇ ਨੇ ਕਵਿਤਾ ਪੜ੍ਹੀ ਹੈ ਨਾ, ਇਦਾਂ ਦਾ ਛੋਟਾ ਪਿਆਰਾ ਬੱਚਾ ਹੈ। ਮਾਂ ਨੇ ਕਿਹਾ ਵੀ ਕੇਸੀ ਇਸ਼ਨਾਨ ਕਰ ਪੁੱਤ, ਤੈਨੂੰ 2 ਰੁਪਏ ਦਿਆਂਗੀ, ਮੂੰਗਫਲੀ ਖਾਵੀਂ, ਲੈ ਆਵੀਂ ਕੁਛ ਨਾ ਕੁਛ। ਬੱਚੇ ਨੇ ਕੇਸੀ ਇਸ਼ਨਾਨ ਕੀਤਾ, ਕੇਸ ਪਿੱਛੇ ਨੂੰ ਸੁੱਤੇ ਹੋਏ ਨੇ। ਮਾਂ ਨੇ ਰੁਪਇਆ 2 ਰੁਪਏ ਦਿੱਤੇ ਨੇ, ਜਾ ਪੁੱਤ ਬਾਜ਼ਾਰੋਂ ਲੈ ਕੁਝ ਖਾਇਆ। ਬੱਚਾ ਰੁਪਏ ਨਾਲ ਖੇਲਦਾ, ਕਦੇ ਇੱਧਰ ਕਦੇ ਉੱਧਰ, ਰੁਪਇਆ ਡਿੱਗ ਪਿਆ। ਬੱਚੇ ਦੀ ਨਿਗਾਹ ਵਿੱਚ ਨਹੀਂ ਆ ਰਿਹਾ। ਮਲਾਹ 10,000 ਰੁਪਇਆ ਵਾਪਸ ਕਰਕੇ ਆ ਰਿਹਾ। ਉਹਨੇ ਦੇਖਿਆ ਵੀ ਰੁਪਈਆ ਡਿੱਗਿਆ ਹੋਇਆ। ਪੁੱਛਦਾ ਬੱਚੇ ਨੂੰ, ਕੀ ਲੱਭਦਾ? ਕਹਿੰਦਾ ਅੰਕਲ ਮੇਰਾ ਰੁਪਈਆ ਡਿੱਗ ਪਿਆ, ਮੈਂ ਉਹ ਲੱਭਦਾ। ਮਾਂ ਨੇ ਦਿੱਤਾ ਸੀ ਮੂੰਗਫਲੀ ਖਾਣ ਵਾਸਤੇ, ਟੌਫੀਆਂ ਖਾਣ ਵਾਸਤੇ। ਮਲਾਹ ਦੇ ਮਨ 'ਚ ਲਾਲਚ ਆ ਗਿਆ, ਮੈਂ 10,000 ਰੁਪਇਆ ਵਾਪਸ ਕਰਾਂ, 1 ਰੁਪਏ ਦੀ ਕਿਹੜੀ ਗੱਲ? ਕੋਈ ਸਮੱਸਿਆ ਹੀ ਨਹੀਂ। ਮਨ 'ਚ ਸੋਚਦਾ ਵੀ 1 ਰੁਪਏ ਦੀ ਮੂੰਗਫਲੀ ਲੈ ਕੇ ਮੈਂ ਖਾਂਦਾ ਜਾਵਾਂਗਾ, ਇਹ ਤਾਂ ਬੱਚਾ। ਉਹਨੇ ਰੁਪਈਏ ਦੇ ਪੈਰ ਰੱਖ ਦਿੱਤਾ। ਬੱਚੇ ਨੂੰ ਕਹਿਣ ਲੱਗਾ, ਪੁੱਤਰਾ ਪਿੱਛੇ ਡਿੱਗ ਪਿਆ ਹੋਣਾ, ਭੱਜ ਕੇ ਜਾਈਂ। ਬੱਚਾ ਭਜਾਤਾ, ਰੁਪਈਆ ਚੁੱਕ ਲਿਆ। ਇਹ ਮਨ 10,000 ਰੁਪਇਆ ਵਾਪਸ ਕਰਨ ਦੀ ਸਮਰੱਥਾ ਰੱਖਦਾ ਤੇ ਰੁਪਈਏ ਤੇ ਮਰ ਵੀ ਸਕਦਾ ਹੈ। 10,000 ਵਾਪਸ ਕਰਨ ਦੀ ਸਮਰੱਥਾ ਰੱਖਦਾ ਹੈ। 1 ਰੁਪਈਏ ਉੱਤੇ ਦਾ ਮਨ ਬੇਈਮਾਨ ਵੀ ਹੋ ਸਕਦਾ ਹੈ। ਇਹ ਮਨ ਹੈ। ਇੱਕ ਤੱਥ ਮੈਂ ਹੋਰ ਤੁਹਾਡੇ ਸਾਹਮਣੇ ਰੱਖ ਕੇ ਫਿਰ ਅੱਗੇ ਚੱਲਾਂ। ਗੁਰੂ ਪਿਆਰਿਓ, ਹਜ਼ਰਤ ਯਿਸੂ ਮਸੀਹ ਜਦੋਂ ਯਰੂਸ਼ਲਮ ਗਏ ਨੇ, ਲੋਕਾਂ ਨੇ ਬੜਾ ਸਤਿਕਾਰ ਕੀਤਾ। ਸਰਕਾਰ ਨੂੰ ਚੰਗਾ ਨਹੀਂ ਲੱਗਿਆ। ਉਹਦੇ ਨਾਲ 13 ਚੇਲੇ। ਇੱਕ ਚੇਲੇ ਨੇ 30 ਦਿਨਾਰ ਵੱਢੀ ਲੈ ਕੇ ਤੇ ਹਜ਼ਰਤ ਯਿਸੂ ਮਸੀਹ ਬਾਰੇ ਜਾਣਕਾਰੀ ਦਿੱਤੀ। ਫੜਿਆ ਗਿਆ। ਜਦੋਂ ਕੋਤਵਾਲ 12 ਚੇਲਿਆਂ ਦੇ ਨਾਲ ਹਜ਼ਰਤ ਯਿਸੂ ਮਸੀਹ ਨੂੰ ਕੋਤਵਾਲ ਲੈ ਕੇ ਆਇਆ, ਬੈਠੇ ਨੇ ਗੱਲਾਂ ਬਾਤਾਂ ਕਰ ਰਹੇ ਆ। 12 ਚੇਲੇ ਕਹਿਣ ਲੱਗੇ, ਕ੍ਰਾਈਸਟ ਅਸੀਂ ਬੜੇ ਚੰਗੇ ਹਾਂ, ਤੇਰੇ ਨਾਲ ਚੱਲ ਰਹੇ ਹਾਂ। ਬੰਦੇ ਨੇ ਬੜਾ ਮਾੜਾ ਕੀਤਾ, 30 ਦਿਨਾਰ ਲੈ ਕੇ ਤੇਰੀ ਮੁਖਬਰੀ ਕਰ ਦਿੱਤੀ, ਤੈਨੂੰ ਪਕੜਾ ਦਿੱਤਾ। ਉਹਨੇ ਪਤਾ ਕੀ ਕਿਹਾ? ਉਹ ਕਹਿੰਦਾ, ਮੇਰਿਓ ਪਿਆਰ ਕਰਨ ਵਾਲਿਓ, ਪਿਆਰ ਤੁਹਾਡਾ ਵੀ ਮੇਰੇ ਨਾਲ ਕੋਈ ਨਹੀਂ ਕੱਚਾ ਹੈ। ਸਵੇਰ ਦੀ ਕੁੱਕੜ ਦੀ ਬਾਂਗ ਨਾਲ ਤੁਸੀਂ ਵੀ ਮੇਰਾ ਸਾਥ ਛੱਡ ਦੇਣਾ। ਉਹੀ ਹੋਇਆ ਜਦੋਂ ਕੋਤਵਾਲ ਨੇ ਆਣ ਕੇ ਸੋਟਾ ਖੜਕਾਇਆ, ਤੁਸੀਂ ਨਾਲ ਹੋ? ਕਹਿੰਦੇ ਨੇ ਇਕੱਲਾ ਹੀ, ਅਸੀਂ ਨਾਲ ਨਹੀਂ ਹੈਗੇ, ਸਾਥ ਛੱਡ ਗਏ। ਕਿਉਂਕਿ ਆਤਮਿਕ ਤੌਰ ਤੇ ਉਹਨਾਂ ਨੂੰ ਤਿਆਰ ਨਹੀਂ ਕਰ ਸਕੇ। ਅੱਜ ਈਸਾਈ ਮਤ ਵਿੱਚ 13 ਨੰਬਰ ਮਨਹੂਸ ਗਿਣਿਆ ਜਾਂਦਾ ਹੈ। ਚੰਡੀਗੜ੍ਹ ਵਿੱਚ 13 ਨੰਬਰ ਹੈ ਹੀ ਨਹੀਂ। 12 ਤੋਂ ਬਾਅਦ 14 ਹੈ। 13 ਨੰਬਰ ਨੂੰ ਨਕੰਮਾ ਗਿਣਦੇ ਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਤਮਿਕ ਬਲ ਉੱਚਾ ਚੁੱਕਿਆ। ਆਤਮਿਕ ਬਲ ਉੱਚਾ ਚੁੱਕਣ ਵਾਸਤੇ ਆਰੰਭਤਾ ਕਿੱਥੋਂ ਕੀਤੀ ਹੈ? ਇੱਕ ਓੰਕਾਰ ਤੋਂ ਮੰਗਲਾਚਰਨ ਦਿੱਤਾ ਹੈ। ਇਹ ਮੰਗਲਾਚਰਨ ਦੇ ਜਿਹੜਾ ਗੁਣਾਂ ਨੂੰ ਬੰਦਾ ਹਿਰਦੇ 'ਚ ਵਸਾ ਲੈਂਦਾ, ਉਹਦਾ ਆਤਮਿਕ ਬਲ ਬਲਵਾਨ ਹੁੰਦਾ ਹੈ। ਇਹੀ ਕਾਰਨ ਹੈ ਕਿ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਸਰਗੁਣ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਲੀਕੇ ਹੋਏ ਪ੍ਰੋਗਰਾਮ ਅਨੁਸਾਰ ਛੋਟੇ ਛੋਟੇ ਬੱਚਿਆਂ ਨੂੰ
ਬਾਲ ਉਪਦੇਸ਼ ਪੰਜਾਬੀ ਪੜ੍ਹਾ ਰਹੇ ਨੇ, ਗੁਰਮੁਖੀ ਪੜ੍ਹਾ ਰਹੇ ਨੇ। ਖਿਆਲ ਕਰਿਓ, ਅਸੀਂ ਕਹਿੰਦੇ ਆ ਵੀ ਸੱਜੂ ਝੀਵਰ ਗੂੰਗਾ ਸੀ, ਵਾਕਿਆ ਗੂੰਗਾ ਰੱਖਿਆ ਹੋਇਆ ਸੀ। ਉੱਚ ਕੋਟੀ ਦੇ ਲੋਕਾਂ ਦੇ, ਗਰੀਬ ਲੋਕਾਂ ਨੂੰ, ਦਲਿਤ ਲੋਕਾਂ ਨੂੰ ਬੋਲਣ ਦਾ ਅਧਿਕਾਰ ਨਹੀਂ ਸੀ ਦਿੱਤਾ, ਵਿਦਿਆ ਦਾ ਅਧਿਕਾਰ ਨਹੀਂ ਸੀ ਦਿੱਤਾ। ਗੁਰੂ ਅੰਗਦ ਪਾਤਸ਼ਾਹ ਜੀ ਨੇ ਉਹਨਾਂ ਨੂੰ ਵਿਦਿਆ ਪੜ੍ਹਾਈ ਜਿਨ੍ਹਾਂ ਨੂੰ ਬੋਲਣ ਨਹੀਂ ਸੀ ਦਿੱਤਾ ਜਾਂਦਾ, ਵਿਦਿਆ ਦੀ ਦਾਤ ਨਹੀਂ ਸੀ ਦਿੱਤੀ ਜਾਂਦੀ, ਉਹ ਵੀ ਗੀਤਾ ਦੇ ਅਰਥ ਕਰਨ ਦੇ ਸਮਰੱਥ ਹੋ ਗਏ। ਉਹਨਾਂ ਗੂੰਗਿਆਂ ਨੂੰ ਵੀ ਬੋਲਣ ਦੀ ਇਜਾਜ਼ਤ ਦਿੱਤੀ ਔਰ ਉਹ ਗੀਤਾ ਦੇ ਅਰਥ ਕਰਨ ਦੇ ਸਮਰੱਥ ਹੋਏ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਵੀ ਸਰਕਾਰੀ ਸਮਝੌਤਾ ਹੈ, ਸਰਕਾਰੀ ਸਹੂਲਤਾਂ ਨੇ ਪ੍ਰਵਾਨ ਨਹੀਂ ਕੀਤੀਆਂ। ਹਕੂਮਤ ਦੇ ਨਾਲ ਟੱਕਰ ਲਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਰਗੋ ਸੱਚੇ ਪਾਤਸ਼ਾਹ ਜੀ ਨੇ 4 ਜੰਗ ਲੜੇ ਆ। ਖਿਆਲ ਕਰਿਓ, ਦੁਨੀਆ ਦੀਆਂ ਲੜਾਈਆਂ 3 ਚੀਜ਼ਾਂ ਦੇ ਹੁੰਦੀਆਂ ਨੇ, ਜ਼ਰ, ਜ਼ੋਰੂ ਤੇ ਜ਼ਮੀਨ, ਜਾਇਦਾਦ, ਦੌਲਤ, ਇਸਤਰੀ ਔਰ ਜ਼ਮੀਨ ਦੀ ਵੰਡ ਪਿੱਛੇ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਜਾਂਦੇ ਆ। ਪਰ ਗੁਰੂ ਸਾਹਿਬ ਨੇ ਕਿਤੇ ਵੀ ਪਹਿਲ ਹਮਲੇ ਦੀ ਨਹੀਂ ਕੀਤੀ, ਪਰ ਜਦੋਂ ਹਮਲਾ ਹੋਇਆ ਉਹਦਾ ਜਵਾਬ ਦਿੱਤਾ ਹੈ। ਦੇਖ ਸਮਾਂ ਅੱਗੇ ਚੱਲਦਾ ਹੈ। ਆਤਮਿਕ ਤੌਰ ਤੇ ਇਹਨਾਂ ਇਸ ਕੌਮ ਨੂੰ ਤਿਆਰ ਕੀਤਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸਮਾਂ ਆਉਂਦਾ, ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਕੋਈ ਸਿੱਖ ਥੋੜਾ ਬਹੁਤਾ ਵੀ ਇਧਰ ਨਹੀਂ ਹੋਇਆ, ਬਲਕਿ ਉਹਨਾਂ ਨੇ ਸ਼ਹਾਦਤ ਦਾ ਜਾਮ ਕੀਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਨੂੰ ਅਸੀਂ 4 ਭਾਗਾਂ ਵਿੱਚ ਵੰਡਾਂਗੇ। 1666 ਤੋਂ ਲੈ ਕੇ 1675 ਈਸਵੀ ਤੱਕ ਦਾ, 1675 ਤੋਂ ਲੈ ਕੇ 1699 ਈਸਵੀ ਤੱਕ ਦਾ ਤੇ 1699 ਈਸਵੀ 230 ਸਾਲ ਦਾ ਸਮਾਂ ਲੱਗਿਆ ਆ ਮਾਨਸਿਕ ਤੌਰ ਤੇ ਕੌਮ ਨੂੰ ਜਥੇਬੰਦ ਕਰਨ ਵਾਸਤੇ। ਅੱਜ ਜਦੋਂ ਉਹਨਾਂ ਨੇ ਭਰੇ ਦਰਬਾਰ ਵਿੱਚ ਲਲਕਾਰਿਆ ਹੈ, ਮੈਨੂੰ ਇੱਕ ਸਿਰ ਦੀ ਲੋੜ ਹੈ, ਇੱਕ ਸੀਸ ਦੀ ਲੋੜ ਹੈ, ਸਿੱਖ ਅੱਗੇ ਆਵੇ। ਤੇ ਗੁਰੂ ਪਿਆਰ ਵਾਲੇ, ਜਿਵੇਂ ਹੁਣੇ ਹੀ ਪਿਆਰੇ ਬੱਚਿਆਂ ਨੇ ਕੀਰਤਨ ਕੀਤਾ ਸੀ ਨਾ, ਜੇ ਤੋ ਪ੍ਰੇਮ ਖੇਲਣ ਕਾ ਸਿਰ ਤਾਂ ਤਲੀ, ਉਹ ਅੱਗੇ ਵਧੇ। ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਕੋ ਭੱਜਿਆ ਨਹੀਂ ਹੈ, ਕਿਉਂਕਿ ਵਿਚਾਰ ਧਾਰਕ ਤੌਰ ਤੇ ਉਹ ਲੋਕ ਤਿਆਰ ਹੋ ਚੁੱਕੇ ਸੀ, ਭੱਜਣ ਵਾਸਤੇ ਕੋ ਆਇਆ ਨਹੀਂ ਸੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਤਮਿਕ ਬਲ ਭਰਿਆ। ਜਿਹੜੇ ਲੋਕ ਭਾਰਤ ਦੇ ਆਸਮਾਨ ਚੁੱਕ ਕੇ ਕਾਬਲ ਵੱਲ ਨੂੰ ਲੈ ਕੇ ਜਾਂਦੇ ਸੀ, ਹਮ ਤੋਂ ਤੋਲਣ ਜਾਣੇ ਤਕੜੀ, नंगी कद कब होनी पकड़ी, चिड़ी उड़े डर से मर जाऊं, इन मुगलन से कैसे लड़ पाऊं, इन दुश्मन से कैसे लड़ पाऊं। अब तो रख दूंगा एक एक को शमशीर के आगे, रख दूंगा दिल जिगर व सीना चीर के आगे। दुनिया तो झुकी फिरती है तकदीर के आगे, अब तकदीर भी झुक जाएगी मेरी शमशीर के आगे। ये दो धारा खंडा विदेश से बेकार पड़ा था, उतर जाएगा जंग जो इस पर चढ़ा था। गुरु प्यारियो, थोड़ा शब्द ਨੂੰ ਵੀ ਨਾਲ ਲੈ ਲਈਏ। ਮਨ ਨਾ ਡਿੱਗੇ ਰਹਾਓ ਦੇ ਤੁਕਾਂ, ਤਨ ਕਾਹੇ ਕੋ ਡਰਾਏ। ਜਦੋਂ ਮਨ ਦੇ ਅੰਦਰ ਗੁਰਬਾਣੀ ਦਾ ਸਿਧਾਂਤ ਆਇਆ ਕਿ ਇਹ ਜ਼ਿੰਦਗੀ ਬਾਰ-ਬਾਰ ਨਹੀਂ ਮਿਲਣੀ, 70 ਸਾਲ 80 ਸਾਲ 100 ਸਾਲ ਤੱਕ ਵੀ ਬੰਦਾ ਜੀਵ ਕੇ ਜਾਂਦਾ ਹੈ, ਪਰ ਕਿਸੇ ਦੇ ਸੋਲੇ ਨਹੀਂ ਗਾਏ ਜਾਂਦੇ। ਇੱਥੇ ਉਮਰ ਦਾ ਤਕਾਜ਼ਾ ਨਹੀਂ ਹੈ, 7 ਸਾਲ ਤੇ 9 ਸਾਲ ਦੇ ਬੱਚਿਆਂ ਦੇ ਵੀ ਸੋਲੇ ਗਾਏ ਜਾਂਦੇ। ਜਿਹੜਾ ਕੰਮ 80 ਸਾਲ ਵਿੱਚ ਨਹੀਂ ਕੀਤਾ ਜਾ ਸਕਦਾ, ਉਹਨਾਂ ਨੇ 5 ਸਾਲ 7 ਸਾਲ 9 ਸਾਲ ਦੀ ਉਮਰ ਦੇ ਵਿੱਚ ਕਰਕੇ ਦਿਖਾ ਦਿੱਤਾ। ਕਿਉਂਕਿ ਮਨ ਜਿਹੜਾ ਆ ਬੜਾ ਤਗੜਾ ਆ। ਤਨ ਮੇਰੇ ਗਿਆਨ ਇੰਦਰੇ, ਮੇਰੇ ਗਿਆਨ ਜਦੋਂ ਮਨ ਤਗੜਾ ਆ ਤੇ ਮੇਰੇ ਗਿਆਨ ਇੰਦਰੇ ਕਿਸੇ ਵੀ ਲਾਲਚ ਵਿੱਚ ਨਹੀਂ ਜਾਣਗੇ। ਕਿਉਂ? ਚਰਨ ਕਮਲ ਚਿਤ ਰਹਿਓ ਸਮਾਏ। ਗੁਰੂ ਦੇ ਸ਼ਬਦਾਂ ਨਾਲ ਮੇਰੀ ਸੁਰਤੀ ਜੁੜ ਗਈ ਹੈ, ਸੁਰਤੀ ਜੁੜ ਗਈ ਆ। ਦੁਨੀਆ ਦਾ ਕੋਈ ਲਾਲਚ ਜਿਹੜਾ ਆ ਬੰਦੇ ਨੂੰ ਉਹ ਖਰੀਦ ਨਹੀਂ ਸਕਦਾ। ਹੁਣ ਪਹਿਲੀਆਂ 2 ਤੁਕਾਂ, ਗੰਗ ਗੁਸਾਇਣ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਅਸਲ ਵਿੱਚ ਹੋਇਆ ਇਹ ਹੈ, ਜਦੋਂ ਕਿਸੇ ਸ਼ਬਦ ਦੀ ਸਾਨੂੰ ਸਮਝ ਨਹੀਂ ਸੀ ਆਈ, ਅਸੀਂ ਉਹਦੇ ਉੱਤੇ ਸਾਖੀ ਘੜ ਕੇ ਬਣਾ ਦਿੱਤੀ, ਅਸੀਂ ਬਿਰਤਾਂਤ ਸਿਰਜ ਦਿੱਤਾ।
ਲੰਮਾ ਸਮਾਂ ਸਟੇਜ ਦੇ ਉੱਤੇ ਇੱਕ ਨੇ ਤਬਲਾ ਵਜਾਈ ਜਾਣਾ, ਇੱਕ ਨੇ ਹੌਲੀ ਹੌਲੀ ਸੁਰਾਂ ਨੱਪੀ ਜਾਣੀਆਂ। ਉਹਦੀ ਚੀਂਪਾਂ ਦੇ ਵਿੱਚ ਇਹ ਕਿਹਾ ਗਿਆ ਵੀ ਕਬੀਰ ਸਾਹਿਬ ਨੂੰ ਜੰਜੀਰਾਂ ਦੇ ਨਾਲ ਬੰਨ੍ਹ ਕੇ ਗੰਗਾ ਦੇ ਵਿੱਚ ਸੁੱਟ ਦਿੱਤਾ ਤੇ ਨਾਲ ਇਹ ਕਰਾਮਾਤ ਦੱਸ ਦੇਣੀ, ਸਿੱਖੀ ਸਿਧਾਂਤ ਤੋਂ ਉਲਟ ਸਿਧਾਂਤ ਦੱਸ ਦੇਣਾ ਕਿ ਉੱਥੇ ਭਗਵਾਨ ਪ੍ਰਗਟ ਹੋਏ ਤੇ ਭਗਵਾਨ ਨੇ ਪ੍ਰਗਟ ਹੋ ਕੇ ਜੰਜੀਰਾਂ ਤੋੜ ਦਿੱਤੀਆਂ। ਗੁਰਮਤਿ ਦਾ ਸਿਧਾਂਤ ਨਹੀਂ, ਗੁਰਮਤਿ ਦੇ ਸਿਧਾਂਤ ਨੂੰ ਸਮਝੀਏ। ਗੁਰਬਾਣੀ ਨੇ ਮੁੱਢਲੇ ਤੌਰ ਤੇ ਇਹ ਵਿਚਾਰ ਦਿੱਤਾ ਹੈ ਆ ਜੂਨੀ ਰੱਬ ਜੂਨਾ ਵਿੱਚ ਨਹੀਂ ਆਉਂਦਾ। ਸੋ ਮੁਖ ਜਲੋ ਜਿਤ ਕਹੈ ਠਾਕੁਰ ਜੋਨੀ, ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਉਹ ਮੂੰਹ ਸੜ ਜੇ ਜਿਹੜਾ ਕਹਿੰਦਾ ਰੱਬ ਜਨਮ ਲੈਂਦਾ ਹੈ। ਅਸੀਂ ਰੱਬ ਲੱਭਣ ਚੜੇ ਆ, ਰੱਬ ਲੱਭਣਾ ਨਹੀਂ ਹੈ, ਰੱਬ ਨੂੰ ਸਮਝ ਕੇ ਆਪਣੇ ਜੀਵਨ ਦੇ ਵਿੱਚ ਅਪਣਾਉਣਾ ਹੈ। ਇਹ ਦੇਖੋ ਗੁਰਦੁਆਰਾ ਉਸ ਨੁੱਕਰ ਵਿੱਚ ਅੱਖਾਂ ਮੀਚ ਕੇ ਬੈਠਾ, ਤੇ ਦਰਬਾਰ ਸਾਹਿਬ ਚਲੇ ਜਾਓ, ਕਿਤੇ ਵੀ ਚਲੇ ਜਾਓ, ਕੋਈ ਐਸ ਨੁੱਕਰ 'ਚ ਅੱਖਾਂ ਮੀਚ ਕੇ ਬੈਠਾ। ਗੁਰਬਾਣੀ ਫਰਮਾਉਂਦੀ ਆ ਭਲਿਆ ਅੱਖਾਂ ਖੋਲ, ਇਹ ਵੀ ਅੱਖਾਂ ਖੋਲ, ਮਨ ਦੀਆਂ ਵੀ ਅੱਖਾਂ ਖੋਲ। ਨਾਨਕ ਛੇ ਅੱਖੜੀਆਂ ਦਸੰਦ ਜਿੰਨੀ ਛੇ ਅੱਖੜੀਆਂ ਬਿਆਨ ਜਿੰਨੀ ਦਸੰਦੋ ਮਾਂ ਪੀਰੀ। ਅੰਦਰਲੀ ਅੱਖ ਵੀ ਖੋਲ, ਬਾਹਰਲੀ ਅੱਖ ਵੀ ਖੋਲ। ਕਾਲ ਨਾਹੀ ਜੋਗ ਨਾਹੀ, ਨਾਹੀ ਸਦਕਾ ਢਬ। ਥਾ ਨਿਸ਼ਟ ਜਗ ਪ੍ਰਿਸ਼ਟ ਹੋਏ ਡੂਬਤਾ ਇਵ ਜਗ। ਕੱਲ ਮੈਂ ਰਾਮ ਨਾਮ ਹੈ ਸਾਰ, ਅੱਖੀ ਤੇ ਮੀਟੇ ਕਾਦੇ ਵਾਸਤੇ ਠੱਗਣ ਕੋ ਸੰਸਾਰ। ਗੁਰਬਾਣੀ ਨੇ ਅੱਖਾਂ ਖੋਲੀਆਂ ਇਸ ਵਾਸਤੇ। ਗੁਰੂ ਪਿਆਰ ਵਾਲਿਓ ਇਹ ਸ਼ਬਦ ਅਸੀਂ ਬਣਾ ਰੱਖ ਦਿੱਤਾ। ਕਬੀਰ ਸਾਹਿਬ ਨੂੰ ਜੰਜੀਰਾਂ ਦੇ ਨਾਲ ਬੰਨ੍ਹ ਦਿੱਤਾ ਔਰ ਪਾਣੀ ਦੀ ਛਾਲੇ ਆਈ, ਭਗਵਾਨ ਪ੍ਰਗਟ ਹੋਇਆ ਸਾਖਸ਼ਾਤ ਰੂਪ, ਜੰਜੀਰਾਂ ਤੋੜ ਦਿੱਤੀਆਂ ਤੇ ਕਬੀਰ ਸਾਹਿਬ ਪਾਣੀ ਦੇ ਤੁਰਦੇ ਬਾਹਰ ਆ ਗਏ। ਇਹ ਗੈਰ ਕੁਦਰਤੀ ਗੱਲ ਹੈ। ਪਾਣੀ ਕਿਸੇ ਦਾ ਮਾਮੇ ਦਾ ਪੁੱਤ ਭਰਾ ਨਹੀਂ ਲਿਆਏ ਕਰੇ। 1988 ਦਾ ਹੜ੍ਹ ਆਇਆ ਸੀ, ਮਕਾਨ ਰੁੜ ਗਏ, ਕਾਰਾਂ ਰੁੜ ਗਈਆਂ, ਕਿਸੇ ਨੇ ਲਿਆ ਪਾਣੀ ਨੇ ਕਦੇ ਵੀ ਕਿਸੇ ਦਾ ਲਿਹਾਜ਼ ਨਹੀਂ ਕੀਤਾ। ਫਿਰ ਗੁਰਬਾਣੀ ਦੇ ਗੁਰਬਾਣੀ ਵਿੱਚੋਂ ਸਮਝਾਂਗੇ ਗੰਗ ਗੁਸਾਇਣ। ਗੰਗ ਜਦੋਂ ਗੰਗਾ ਸ਼ਬਦ ਆ ਗਿਆ ਤੇ ਇਹਦਾ ਅਰਥ ਇਹ ਨਹੀਂ ਵੀ ਗੰਗਾ ਜਿਹੜੀ ਵਹਿ ਰਹੀ ਵੀ ਇਹਦਾ ਅਰਥ ਹੈ। ਗੰਗਾ ਦਾ ਪ੍ਰਮਾਣ ਗੁਰਬਾਣੀ 'ਚ ਹੋਰ ਲੈ ਲਓ। ਗੰਗਾ ਜਲ ਗੁਰ ਗੋਬਿੰਦ ਨਾਮ, ਗੰਗਾ ਜਲ ਗੁਰ ਗੋਬਿੰਦ ਨਾਮ। ਭਾਵ ਰੱਬ ਦਾ ਨਾਮ ਹੀ ਸਾਡੇ ਵਾਸਤੇ ਗੰਗਾ ਦਾ ਜਲ ਹੈ। ਗੰਗ ਗੁਸਾਇਣ, ਗੋ ਧਰਤੀ, ਸਾਇਣ ਮਾਲਕ। ਉਹ ਧਰਤੀ ਦੇ ਮਾਲਕ ਦੇ ਗੁਣ ਬਹੁਤ ਨੇ, ਅਕਾਲ ਪੁਰਖ ਦੇ ਗੁਣ ਬਹੁਤ ਨੇ। ਗੰਗ ਗੁਸਾਇਣ ਗਹਿਰ ਗੰਭੀਰ ਅਥਾਹ ਗੁਣ ਨੇ। ਜੰਜੀਰ ਬੰਦ ਕਰ ਖਰੇ ਕਬੀਰ। ਜੰਜੀਰ ਮੈਨੇ ਸੁਰਤੀ, ਚਰਨ ਕਮਲ ਚਿਤ। ਜੰਜੀਰ ਸੁਰਤੀ, ਜੰਜੀਰ ਹੁੰਦੀ ਆ ਕੜੀ ਨਾਲ ਕੜੀ ਜੁੜੀ। ਸਾਡੀ ਸੁਰਤੀ ਗੁਰਬਾਣੀ ਨਾਲ ਜੁੜ ਜਾਵੇ ਫਿਰ ਕਰਮਕਾਂਡ ਨਹੀਂ ਆਉਂਦਾ, ਫਿਰ ਮਨਮਤ ਨਹੀਂ ਆਉਂਦੀ। ਜੰਜੀਰ ਦੇ ਪ੍ਰਮਾਣ ਸਾਨੂੰ ਗੁਰਬਾਣੀ ਵਿੱਚੋਂ ਹੋਰ ਮਿਲਦੇ। ਪ੍ਰਭ ਡੋਰੀ ਹਾਥ ਤੁਮਾਰੇ, ਪ੍ਰਭ ਡੋਰੀ ਹਾਥ ਤੁਮਾਰੇ। ਸਾਡੇ ਗੱਲ 'ਚ ਡੋਰੀ ਪਈ ਹੋਈ ਭਲਾ, ਡੋਰੀ ਦਾ ਅਰਥ ਸੁਰਤ। ਇੱਕ ਹੋਰ ਵਾਕ ਆਉਂਦਾ ਜੰਜੀਰ ਦਾ, ਕਬੀਰ ਕੂਕਰ ਰਾਮ ਕੋ ਮੁਤਿਆ। ਬੋਲੋ ਕਬੀਰ ਕੂਕਰ ਰਾਮ ਕੋ ਮੁਤਿਆ। ਗਲੇ ਹਮਾਰੇ ਜੈ ਖਿੰਚੇ। ਮੇਰੇ ਗਲ ਵਿੱਚ ਜੰਜੀਰ ਪਈ ਹੋਈ ਹੈ, ਚੇਨ ਪਈ ਹੋਈ ਹੈ, ਸੰਗਲ ਪਿਆ ਹੋਇਆ। ਕੀ ਗੱਲ ਸੰਗਲ ਪਿਆ? ਨਹੀਂ, ਇਹਦਾ ਅਰਥ ਆ ਮੇਰੀ ਸੁਰਤੀ ਗੁਰੂ ਦੇ ਇਤਿਹਾਸ ਨਾਲ ਜੁੜੀ ਹੈ, ਮੇਰੀ ਸੁਰਤੀ ਗੁਰਬਾਣੀ ਨਾਲ ਜੁੜੀ ਹੈ। ਜੇ ਸੁਰਤੀ ਜੁੜੀ ਹੈ ਤੇ 7 ਜਨਵਰੀ ਨੂੰ ਸ਼ਾਮ ਨੂੰ 5 ਵਜੇ ਗੁਰਮਤਿ ਗਿਆਨ ਮਿਸ਼ਨ ਕਾਲ ਦੇ ਗੁਰਦੁਆਰਾ ਸਾਹਿਬ ਵਿੱਚ ਖੰਡੇ ਦੀ ਪੌਲ ਦਾ ਪ੍ਰਬੰਧ ਕੀਤਾ ਗਿਆ ਹੈ। ਜੇ ਸਾਡਾ ਅੱਜ ਮਨ ਛੋਟੇ ਸਾਹਿਬਜ਼ਾਦੇ ਨੂੰ ਯਾਦ ਕਰ ਰਿਹਾ ਹੈ, ਵੱਡੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਰਿਹਾ ਹੈ, ਤੇ ਮਨ ਨੂੰ ਫਿਰ ਸਮਝਾ ਲਈਏ ਭਾਈ ਆਪਾਂ ਨੂੰ ਖੰਡੇ ਦੀ ਪੌਲ ਲੈਣ ਵਿੱਚ ਕੋਈ ਵੀ ਦੇਰੀ ਨਹੀਂ ਕਰਨੀ ਚਾਹੀਦੀ। ਸਮਝ ਲਈਏ। ਇਸ ਵਾਸਤੇ ਮੇਰੀ ਜੰਜੀਰ, ਮੇਰੀ ਸੁਰਤੀ ਗੁਰਬਾਣੀ ਦੇ ਪ੍ਰਮਾਣ ਨੇ। ਰੱਬ ਦੇ ਨਾਲ ਜੁੜ ਗਏ, ਗੁਰੂ ਨਾਲ ਜੁੜ ਗਏ। ਜਦੋਂ ਗੁਰੂ ਨਾਲ ਪ੍ਰਮਾਣ, ਜਦੋਂ ਗੁਰੂ ਦੇ ਨਾਲ ਸੁਰਤ ਜੁੜ ਜਾਏਗੀ, ਉਦੋਂ ਇਨਸਾਨ ਕਰਮ ਕਾਂਡਾਂ ਤੋਂ ਦੂਰੀ ਬਣਾ ਲੇਗਾ। ਮੈਂ ਤਾਂ ਦੇਖਦਾ ਹਾਂ ਸਤਲੁਜ ਕੰਢੇ ਦੇ ਪੁਲ ਦੇ ਉੱਤੇ ਗਾਤਰੇ ਵੀ ਪਾਏ ਹੁੰਦੇ ਨੇ, ਨਾਲ ਸਮਾਨ ਵੀ ਲਿਆ, ਨਾਰੀਅਲ ਵੀ ਲਿਆ ਹੁੰਦਾ, ਹੋਰ ਨਿਕਸੁਕ ਲਿਆ ਹੁੰਦਾ। ਕਾਹਦੇ ਵਾਸਤੇ? ਨਹਿਰ ਦੇ ਖਲੋਤੇ ਹੁੰਦੇ। ਹੇ ਪਾਣੀ ਸਾਹਿਬ ਜੀ, ਸਾਡੀ ਆ ਜਿਹੜਾ ਸਾਡਾ ਔਖਾ ਸਮਾਂ ਇਹ ਨਿਵਰਤ ਕਰ ਦਿਓ। ਪਾਣੀ ਨੂੰ ਸਵਾਹ ਪਤਾ ਵੀ ਇਹਨੂੰ ਆਹ ਤੰਗੀ ਹੈਗੀ ਹੈ। ਰੋਡ ਰਿਹਾ ਕਿ ਨਹੀਂ? ਰੋਡ ਰਿਹਾ ਲੁਧਿਆਣਾ ਕਿਨਾਰੇ ਤੇ ਰੋਡ ਰਿਹਾ। ਆ ਡੂਗਰੀ ਪੁਲ ਦੇ ਉੱਤੇ ਇੱਕ ਪਿੱਪਲ ਆ, ਉਹ ਭਲੇ ਨੂੰ ਪਤਾ ਹੀ ਨਹੀਂ ਹੈਗਾ ਵੀ ਇਹਨੂੰ ਆਹ ਬਿਮਾਰੀ ਹੈਗੀ ਹੈ ਤੇ ਨਿਆਣੇ ਨੂੰ ਵੀਜ਼ਾ ਨਹੀਂ ਲੱਗਦਾ ਹੈਗਾ।
ਉਹਦੇ ਆਲੇ ਦੁਆਲੇ ਧਾਗੇ ਬੰਨੀ ਜਾਂਦੇ, ਪਿੱਪਲਾ ਪਿੱਪਲਾ ਤੇਰੀ ਆ, ਸਾਡੇ ਮੁੰਡੇ ਨੂੰ ਵੀਜ਼ਾ ਦਵਾ। ਗੁਰਬਾਣੀ ਪੜ੍ਹਨ ਵਾਲਾ ਸ਼ਨਿਚਰਵਾਰ ਨੂੰ ਖੜਾ ਹੁੰਦਾ ਵੀ ਆ, ਸ਼ਨਿਚਰ ਦੇ ਜਦੋਂ ਤੇਲ ਪਾਉਣਾ ਮੈਂ ਕਿਤੇ ਰਹਿ ਨਾ ਜਾਵਾਂ, ਉਹ ਵੀ ਬਾਹਰ ਖੜਾ ਹੁੰਦਾ ਹੈ, ਕਿਉਂਕਿ ਮਨ ਜਿਹੜਾ ਹੈ ਗੁਰਬਾਣੀ ਨਾਲ ਇਹ ਜੁੜਿਆ ਨਹੀਂ ਹੈ। ਜੰਜੀਰ ਬਾਂਧ ਕਰ ਖਰੇ ਕਬੀਰ, ਸੁਰਤੀ ਮੇਰੀ ਗੁਰੂ ਦੇ ਸ਼ਬਦਾਂ ਨਾਲ ਜੁੜ ਗਈ। ਗੰਗਾ ਕੀ ਲਹਿਰ ਮੇਰੀ ਟੂਟੀ, जंजीर गंगा की लहर। गंगा की लहर की है, देखो भाई ज्ञान की आई आंधी, सबे उडाने भ्रम की टाटी रहे न माया बांधी। मन गुरु के चरणों नाल जुड़िया होया, यही कारण है गुरु प्यार वालिओ, जदों आनंदपुर नूं घेरा पिया आ, कोई एक सिख भी इदां दा नहीं निकलिया कि आपां आनंदपुर साहब नूं छड्ड दईए, गुरु दा साथ छड्ड दईए। उंज इतिहास विच इदां दीयां बातां बहुत सारियां पाउण दा यतन कीता होया, पर इदां दी कोई भी गल नहीं। साडे प्रिंसीपल हरभजन सिंह जी ये गल आखदे सी, जिहड़े आनंदपुर साहब गए सी वो भजन वास्ते नहीं गए सी, उन्हां मन बेचे सतगुर के पास ते सेवक के कारज। भाई लैणे ने गुरु नानक पातशाह ने एक गल बड़ी कमाल दी कि रावी दरिया में इशनान कर रहे ने, मींह पैना शुरू हो गया, सारे सिख इस समझाउण वास्ते है। धर्मशाल नूं आ गए, भाई लैणे बस्तर चुक के छाती नाल ला ले, साहब कुछ समा वध ही लाउण लग पए। मींह थोड़ा बूंदाबांदी हटी, बाहर आए लैणिया सिख, वो कहंदे महाराज जी चले गए, मींह पैंदा सी, तू नहीं गया? लैणा कहंदा घर छड्डिया, बाहर छड्डिया, देवी दा दीदार छड्डिया, दाता तेरे चरणों तो बिना मेरा थां किहड़ा ही होना, जावां कित्थे? तेरे चरणों तो बिना मेरा होर कोई भी थां नहीं है। गुरु प्यारिओ 1704 ईस्वी नूं 20 दसंबर नूं कलगीधर पिता ने सरसा नदी के उत्ते अपने परिवार की वंड की। अज असीं अपनी धी का विआह करके कहंदे मैं सुरखरू हो गया, शुक्र है बाल दे मुर्ग तुर गई। वड्डे पुत्र का छोटे का विआह कह गई मैं सुरखरू हो गया, मेरे सिर तो भार लै गया। कदी तकिया कलगीधर पिता ने अपने सिर का भार कित्थे लाया? सरसा नदी के कंढे उत्ते खलो के अपने परिवार का भार लाया। अपने महल भाई मनी सिंह नाल दिल्ली नूं तोरे ने, छोटे साहिबजादे माता गुजर कौर दे नाल ने, वड्डे सैयद गुरु गोबिंद सिंह महाराज जी दे कोल ने, भाई तेजा सिंह साबर दियां बड़ियां भावपूर्त सतरां ने गुरां इस तरह सिर तो पार लाया। थोड़ा किसे पासे थोड़ा किसे पासे, एक सिंघां दा जत्था ने खेड़ दिता, थोड़ा किसे पासे थोड़ा। ऐसी आई मुसीबत सिर उत्ते घोड़ा किसे पासे, बाज किसे पासे, साबर सौर सनखे जे बच्चियां दा जोड़ा किसे पासे, जोड़ा किसे पासे। ऐही दिन सी, धक्का चलदा सी। कलगीधर पिता दे नाल 40 सिंह ने, 2 साहिबजादे आपूं चमकौर दी कच्ची गली विच आ गए। जिस दम होए चमकौर में सिंहों के उतारे, इत्थे सिंहां ने उतारे कीते, जलाए हुए शेर से उन्हां दे उत्ते चेहरिਆਂ उत्ते एक अजीब किस्म दी खुशी। 2 दिन दे भुखे कोई राशन दी नाल पैंडा मारदे हुए ठंडे पानी नूं तय रस्ता तय करदे हुए चमकौर दी गली विच पहुंचे ने। दुनिया अंदर बेजोड़ जंग है, एक पासे केंद्र की रिजर्व फोर्स है जिन्होंने अजकल आप CRP आखते हैं, केंद्र की फोर्स है, सूबिया की सरहंद लाहौर कश्मीर इन्होंने सूबिया की फौज है, 22 धार के राजियां की फौज है, इलाके के लोग लुटन पुटन वास्ते नाल वो लगे हुए ने। चमकौर की कच्ची गड़ी है, इत्थे गह कच का जंग होया है। लिखारियां ने, ढाडियां ने, रागियां ने, प्रचारकां ने बड़े कमाल दे दृश्य जिहड़े वो साडे सामने रखे है, बहुत भावक करने वाले दृश्य साडे सामने रखे है। गुरु प्यार वालिओ उन्हां ਸਿੰਘਾਂ ਦਾ मन गुरु के चरणों के नाल जुड़िया होया है, ते सिंह जिहड़े भी वारी वारी चमकौर की गड़ी में शहीद हो रहे ने। साहिबजादा अजीत सिंह जदों मैदान दे लड़ाई के मैदान में गए ने, पहला किरपान दे नाल आऊ लाए ने, किरपान खुंडी हो गई, तीर चलाए ने, घोड़ा जख्मी होया, थले उतरे, नेजा चलाया, नेजा टुट गया। ज्यादा फौजां ने हमला किया, साहिबजादा अजीत सिंह ने नेजा आर पार होया ते गुरु प्यारिओ मुड़ के साहिबजादा जुझार सिंह अगे वधिया। 8 सिंह कलगीधर पिता ने नाल भेजे। इतिहासकार लिखते ने साहिबजादा जुझार सिंह ने तलवार दे जौहर दिखाए,
ਉਹ ਦੁਨੀਆ ਦੇ ਵਿੱਚ ਕਿਤੇ ਵੀ ਮਿੰਟੀ ਗਿਣਤੀ ਵਿੱਚ ਨਹੀਂ ਆਉਂਦੇ। ਸ਼ਾਮ ਦਾ ਸਮਾਂ ਹੋਇਆ ਹੈ। ਯੋਗੀ ਅੱਲਾ ਯਾਰ ਖਾਨ ਨੇ ਦਿਲ ਨੂੰ ਹੂਕ ਪਾਉਣ ਵਾਲੇ ਬੋਲ ਲਿਖੇ ਨੇ। ਭਾਈ ਦਇਆ ਸਿੰਘ ਉਰੇ ਆਓ, ਭਾਈ ਧਰਮ ਸਿੰਘ ਉਰੇ ਆਓ। ਪੰਜਾਂ ਪਿਆਰਿਆਂ ਵਿੱਚੋਂ 2 ਸਿੰਘ ਜਿਉਂਦੇ ਨੇ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਇੱਥੇ ਸ਼ਹੀਦ ਹੁੰਦੇ ਨੇ। ਆਓ ਇੱਕ ਅਰਦਾਸ ਕਰੀਏ, ਖਿਆਲ ਕਰਿਓ, ਫੀਲਿੰਗ ਲੈ ਕੇ ਆਇਓ। ਗੁਰੂ ਸਾਹਿਬ ਦੇ ਸਿੰਘਾਂ ਦਾ ਮਨ ਕਿੱਡਾ ਤਗੜਾ, ਗੁਰੂ ਸਾਹਿਬ ਦਾ ਮਾਨਸਿਕ ਬਲ ਕਿੱਡਾ ਬਲਵਾਨ ਹੈ। ਯੋਗੀ ਅੱਲਾ ਯਾਰ ਖਾਨ ਨੇ ਕਿਆ ਕਮਾਲ ਦੇ ਬੋਲ ਲਿਖੇ ਨੇ। ਕਰੀ ਅਰਦਾਸ ਸਤਿਗੁਰ ਨੇ ਅਮਾਨਤ ਪਹੁੰਚਾਈ ਤੇਰੀ, करी अरदास सतगुरु ने अमानत पंचाई तेरी, कर्जा उदा हुआ कुछ रहमत हुई है तेरी, 2 रह गए हैं बाकी वो भी कल विदा करूंगा, तब तेरी खालिक रहमत शुक्र अदा करूंगा। करी अरदास सतगुरु ने अमानत पंचाई तेरी, कर्जा उदा हुआ कुछ रहमत हुई है तेरी, 2 रह गए हैं बाकी वो भी कल विदा करूंगा, तब तेरी खालिक रहमत शुक्र अदा करूंगा। दुनिया का इतिहास इदां दा नहीं मिलेगा। कलगीधर पिता आपू नरसिंगा वजा के चमकौर की गड़ी नूं छड्डिया आ ते माछीवाड़े कहते क्यों जा रहे, कहते माछीवाड़े दे कंडे उडीकदे ने। हुण कलगीधर पिता चमकौर चों जा रहे ने, इत्थे दे शायरां दे बोल है ना वो दिल नूं विंध जांदे आ। इत्थे जिहड़ा उन्हां ने बिरतांत सिरजिया है ना, हाई माई कोई सुना नहीं सकता, सुनाउणा भी औखा ते सुनना भी औखा है। कलगीधर पिता दे अब प्यारी धी ने बड़े कमाल दे बोल तो साडे सामने रखे है ना भी लखां ही गरीब मापे जग विच पए ने, खफणों बगैर दसो किदे पुत गए ने। लखां ही गरीब मापे जग विच पए ने, खफणों बगैर दसो किदे पुत गए ने। 1968 विच सरदार हरचंद सिंह दिलबर पटियाले तो होया। उन्हें एक नज़म लिखी बड़ी कमाल दी, कविता लिखी बड़ी कमाल दी। लिखते ने वो ढाडी जथा दया सिंह दिलबर है, ये सरदार हरचंद सिंह दिलबर 1968 की गल करदा। वो कहंदा लंघ गया अजीत दी लाश कोलों, लंघ गया अजीत दी लाश कोलों, रता ठहरिया ना कुछ भी बोलिया ना, ना ही सहकदे पुत नूं प्यार दिता हंजू एक भी अखियों डोलिया ना। पुब्बा मारियां गड़ी ने वैन पाए, पुब्बा मारियां गड़ी ने वैन पाए, कन्नी खिंच के जरा अटकाउण लगी, कन्नी खिंच के जरा अटकाउण लगी, जान वालिया ठहर जा गल सुन जा, रो रो के दुखड़े सुनाउण लगी। पुत्तां वालिया ख्याल करियो, पता नहीं शायरां ने कित्थे कित्थे बैठ के इदां दे शब्द घड़े ने। पुत्तां वालिया सहकदे पुत तेरे, और एक अजीत यार पए ने, नरम रेशमी शाला हटाउण वाले, बिना खफणों तेरे सरदार पए ने। ना मैं ते अगे कलगीधर पिता जवाब दे रहे ने बड़ा कमाल दा, भागां वालिए वार के पुत अपने, भागां वालिए वार के पोते अपने, लखां मावां दे पुत बजा आया, थां इट्टां दे पुत्तां दे सीस ला के इस कौम दा महल बना आया। थां इट्टां दे पुत्तां दे सीस ला के इस कौम दा महल बना आया। मेरा की मैं पीरां सहार लईआं ताकि मुड़ के किस नूं तड़पण दी लोड़ ना रहे, दिलबर मेरे चारे चारे कुर्बान हो गए ताकि कौम नूं सिदक दी थोड़ ना रहे। भागां वालिए वार के पोते अपने, भागां वालिए वार के पोते अपने, लखां मावां दे पुत बचा आया, थां इट्टां दे पुत्तां दे सीस ला के इस कौम दा महल बना आया। मेरा की मैं पीड़ां सहार लईआं ताकि मुड़ के तड़पण दी किस नूं लोड़ ना रहे, दिलबर मेरे चारे दे चारे कुर्बान हो गए ताकि कौम नूं सिदक दी थोड़ ना रहे। गुरु प्यारिओ कलगीधर पिता माछीवाड़े पहुंचे ने। भाई गनी खां दे भाई नबी खां मुसलमान वीर ने और कलगीधर पिता दे बड़े उपासक ने, घोड़े का व्यापार करते, इन्हां दे कोल रहे, उच दे पीर बने। जो कलगीधर पिता माछीवाड़े तो होए आलमगीर आए, आलमगीर तो होए रायकोट पहुंचे ने। ये जो फासला 93 किलोमीटर का बनता है, कट के तुसीं देख लिया। तीन इत्थे नूरे माही नूं कलगीधर पिता ने सरहंद भेजिया भी छोटे साहिबजादे ने पता लै गया। छोटे साहिबजादे जो सरसा नदी दे आए ने, कुम्मे माशकी की झुग्गी विच 2 रातां रहे ने। कुम्मा माशकी किहड़ा भागां वाला होएगा, ਉਹਦੇ कोई इदां दी सहूलत नहीं सी हैगी।
ਗੰਗੂ ਉਹ ਉਹਨਾਂ ਨੂੰ ਆਪਣੇ ਘਰ ਲੈ ਆਇਆ। ਮਾਂ ਨਾਲ ਵਿਚਾਰ ਕਰਦਾ ਰਿਹਾ। ਮਾਂ ਨੇ ਲਾਹਨਤਾਂ ਪਾਈਆਂ। ਇੱਕ ਲੰਮੇਰਾ ਇਤਿਹਾਸ ਹੈ ਸੰਖੇਪ ਸ਼ਬਦਾਂ ਵਿੱਚ ਵੀ ਗੰਗੂ ਭਰੋਸਾ ਦਿੰਦਾ ਵੀ ਗੁਰੂ ਸਾਹਿਬ ਮਾਰੇ ਗਏ, ਸਿੰਘ ਮਾਰੇ ਗਏ, ਹਫੜਾ ਦਫੜੀ ਮੱਚੀ ਹੋਈ ਆ, ਜਿਹੜਾ ਸਮਾਨ ਹੈ ਲੁੱਟ ਲਈਏ। ਮਨ ਦੀ ਮੈਂ ਬੇਨਤੀ ਕਰ ਰਿਹਾ, ਲਾਲਚੀ ਹੈ ਮਨ ਜਿਹੜਾ ਟਿਕਿਆ ਹੋਇਆ ਨਹੀਂ ਹੈ। ਦੋ ਕਿਰਦਾਰ ਇੱਦਾਂ ਦੇ ਨੇ ਜਿਹੜੇ ਸਿੱਖ ਇਤਿਹਾਸ ਦੇ ਵਿੱਚ ਹਮੇਸ਼ਾ ਰੜਕਦੇ ਰਹਿੰਦੇ ਨੇ, ਜਿਨ੍ਹਾਂ ਨੇ ਪਾਸਾ ਪਲਟਿਆ। ਕਲਗੀਧਰ ਪਿਤਾ ਨੇ ਨੂਰੇ ਮਾਈ ਨੂੰ ਭੇਜਿਆ। ਤੇ ਮੈਂ ਇੱਕ ਆਮ ਮਿਸਾਲ ਦੇਣਾ ਹੁੰਦਾ ਆ। ਏਥਨਜ਼ ਵਾਲਿਆਂ ਦੀ ਇੱਕ ਸ਼ਹਿਰ ਹੋ ਰਿਹਾ, ਉਹਨਾਂ ਦੋ ਰਿਆਸਤਾਂ ਲੜਾਈ ਹੋਈ। ਦੋ ਰਿਆਸਤਾਂ ਦੀ ਜੋ ਲੜਾਈ ਹੋਈ, ਮੈਰਾਥਨ ਇੱਕ ਥਾਂ ਹੈ ਜਿੱਥੇ ਲੜਾਈ ਹੋਈ ਸੀ। ਉੱਥੇ ਡਾਕੀਏ ਨੂੰ ਜਦੋਂ ਏਥਨਜ਼ ਨੇ ਜਿੱਤ ਲਿਆ ਇਲਾਕਾ, ਇੱਕ ਡਾਕੀਆ ਸੀ, ਉਹਨੂੰ ਵਾਪਸ ਭੇਜਿਆ ਵੀ ਜਾ ਕੇ ਲੋਕਾਂ ਨੂੰ ਦੱਸ ਕੇ ਅਸੀਂ ਦੂਜੀ ਰਿਆਸਤ ਨੂੰ ਬਾਹਰ ਕੱਢ ਦਿੱਤਾ ਹੈ। ਉਹ 26 ਮੀਲ 384 ਕਦਮ ਜਾਂ ਮੀਟ ਗਜ ਭਾਵ 42 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਭੱਜਿਆ ਆਇਆ। ਆਣ ਕੇ ਕਿਹਾ ਵੀ ਅਸੀਂ ਦੂਜੀ ਰਿਆਸਤ ਦੀਆਂ ਫੌਜਾਂ ਏਥਨ ਦੇ ਵਿੱਚੋਂ ਕੱਢ ਦਿੱਤੀਆਂ ਨੇ। ਉਹ ਡਿੱਗ ਪਿਆ, ਉਹਦੀ ਡੈਥ ਹੋ ਗਈ। ਨੂਰਾ ਮਾਹੀ 93 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਆਇਆ ਤੇ ਕਲਗੀਧਰ ਪਿਤਾ ਨੂੰ ਸਾਰਾ ਬਿਰਤਾਂਤ ਸਿਰਜਿਆ। ਚਾਹੀਦਾ ਹੈ ਵੀ ਛੋਟੇ ਬੱਚਿਆਂ ਦਾ ਮੈਰਾਥਨ, ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕਿਤੇ ਇਹ ਵੀ ਉਪਰਾਲਾ ਕੀਤਾ ਜਾਵੇ ਤੇ ਸਾਡਿਆਂ ਬੱਚਿਆਂ ਨੂੰ ਪਤਾ ਲੱਗ ਜਾਏ। ਥਾਈਲੈਂਡ ਵਾਲਿਆਂ ਇੱਕ ਸਿਸਟਮ ਰੱਖਿਆ ਹੈਗਾ ਖੈਰ ਬੱਚਿਆਂ ਵਾਸਤੇ। ਨੂਰੇ ਮਾਹੀ ਨੇ ਜਿਹੜੀ ਗੱਲ ਆਣ ਕੇ ਦੱਸੀ ਕਲਗੀਧਰ ਪਿਤਾ ਨੂੰ, ਯੋਗੀ ਅੱਲਾ ਯਾਰ ਖਾਨ ਨੇ ਬੜੀ ਕਮਾਲ ਦੀ ਲਿਖੀ ਹੈ। ਉਹ ਕਹਿੰਦਾ ਵੀ ਕਲਗੀਧਰ ਪਿਤਾ ਜੀ ਜਦੋਂ ਠੰਡੇ ਬੁਰਜ ਵਿੱਚ ਮਾਂ ਦੀਆਂ ਪੱਟਾਂ ਦੇ ਦੋਨੋਂ ਸਾਹਿਬਜ਼ਾਦੇ ਬੈਠੇ ਨੇ, ਮਾਂ ਨੇ ਬਗਲਾਂ ਵਿੱਚ ਹੱਥ ਲਏ ਨੇ, ਨਿੱਘ ਦੇ ਰਹੀ ਆ, ਮਨ ਵਿੱਚ ਕੁਝ ਸੋਚਦੀ ਹੈ। ਛੋਟੇ ਸਾਹਿਬਜ਼ਾਦੇ ਤੋਤਲੀ ਜ਼ਬਾਨ ਵਿੱਚ ਮਾਂ ਨਾਲ ਗੱਲ ਕਰਦੇ ਨੇ। ਦਾਦੀ ਮਾਂ ਨੂੰ ਕਹਿੰਦੇ ਨੇ, ਦਾਦੀ ਜੀ अब्बा बगा के शाही लश्करें किधर गए, दरिया पे छोड़ के वो राही किधर गए, तड़पा गए हाय सूरते माही किधर गए, भाई भी भूल गए हमको शौके जंग में, अपना ख्याल नहीं जो के तफंग में। ये सोचते ने। फिर तोतली जबान में मां नूं कहंदे ने, मां गल सुन। दादी नाल गल्लां करदे ने। मां जान लिया मेरे जीवन जोगे हो, कल नूं तुसां भी कौम वास्ते शहीद हो जाना। दादी नाल विचारदे आ, दादी सोचदी आ, बच्चे तोतली जबान च गल करदे आ। योगी अल्लाह यार खान की कलम लिखती है। वो की कहती है, आप जिदा छोटे बच्चे होंगे ना गल करते हैं ना, तो भी आप रुस जावांगे, वो मनाउणगे मन्नांगे नहीं। दादी नूं गल करदे भी जब रणजीत अजीत तशरीफ लाएंगे, जब रणजीत अजीत तशरीफ लाएंगे, अब्बा के साथ जिस कड़ी जुजार आएंगे, करके गिला हरेक से हम रूठ जाएंगे। ख्याल करियो कि माता माँ बच्चे दी, बाप बच्चे का किते भूआ नूं मिलण गया होया होवे, नानके गया होया होवे, छोटा बच्चा रुस पैंदा, तुसीं मैनूं नहीं नाल लैके गए। आ फील करियो थोड़ा जिहा। छोटा बच्चा मां नाल गल्लां करदे ने। योगी अल्लाह यार खान बड़े प्यार नाल लिखदा है। वो लिखदा भी बच्चे कहंदे ने, मां नूं जब रणजीत अजीत तशरीफ लाएंगे, अब्बा के साथ जिस कड़ी जुजार आएंगे, करके हरेक से गिला हम रूठ जाएंगे। कभी माता कभी पिता भाई मनाएंगे, वो कहेंगे गले लगाकर बार बार मान जाओ, लेकिन हम नहीं मानेंगे। जीन हार मैंने बिल्कुल नहीं। कदे मां गले लगा के मनाएंगी, कदे भाई मनाउणगे। असीं भज जाना सीगा ना, असीं नहीं मरना। सानू दरिया ते छड्ड के तुसीं चले गए। दिन चढ़िया, कचहरी विच तैयारी है। योगी अल्लाह यार कहंदे ने, जदों बच्चे मां तुरन लगदी है, मन विच की वलवले आउंदे ने, ख्याल आउंदे ने। आपां देखदे आ ना, कई वारी साडा कोई नौजवान पंजाब दा सरहद उत्ते लोहा लैंदे होए शहीद हो जांदा है, अजे विआह नहीं होया, ते भैणां ਉਹ ਮ੍ਰਿਤਕ ਸਰੀਰ ਦੇ ਮੂੰਹ ਦੇ ਉੱਤੇ ਸਿਹਰਾ ਬੰਨ੍ਹ ਦਿੰਦੀਆਂ ਨੇ। ਇੱਕ ਫੀਲਿੰਗ ਲੈਂਦੀਆਂ ਨੇ ਕਿ ਸਾਡਾ ਵੀਰ ਸਿਹਰੇ ਬੰਨ੍ਹ ਕੇ ਜਾ ਰਿਹਾ ਹੈ। योगी अल्लाह यार खान लिखता है कि जाने से पहले गले लगा तो लूं, जाने से पहले गले लगा तो लूं, केसों को कंघी कर दूं, जरा मुंह दिला तो लूं, प्यारे सिरों पर नन्ही सी कलगी सजा तो लूं, मारने से पहले तुमको दूल्हा बना तो लूं, मरने से पहले तुमको दूल्हा बना तो लूं। योगी अल्लाह यार खान ने ये सारियां गल्लां कलगीधर पिता नूं दसियां। कलगीधर पिता पुछदे, नूरिया होर सरहंद की होया? दया सिंह दिलबर ने बड़ी गल कमाल दी कहंदे कि 2200 हिंदू परिवारां दे घर सी, किसी घर भी प्रशादा नहीं पकिया। इत्थों तक कि मुसलमान भरा जिहड़ियां चंगियां सवाणियां उन्हां भी रात नूं रोटी
नहीं पकाई। प्यारा सिंह निरछल ਦੀਆਂ ਬੜੀਆਂ ਪਿਆਰੀਆਂ ਲਾਈਨਾਂ ਸਮਾਪਤੀ ਕਰੀਏ। ਕਲਗੀਧਰ ਪਿਤਾ ਨੂੰ ਨੂਰੇ ਮਾਹੀ ਦੇ ਜੋ ਵਿਚਾਰ ਆ ਉਹ ਪਿਆਰਾ ਸਿੰਘ ਨਿਰਛਲ ਨੇ ਆਪਣੀ ਕਲਮ ਦੇ ਨਾਲ ਕਲਮਬੰਦ ਕੀਤੇ ਨੇ। ਕੈਸਾ ਸੀਨ ਖਿੱਚਿਆ ਦਾਤਾ। ਬੱਚੇ ਨੀਹਾਂ 'ਚ ਜਦੋਂ ਖਲਿਆੜ ਦਿੱਤੇ, ਬੱਚੇ ਨੀਹਾਂ 'ਚ ਜਦੋਂ ਖਲਿਆੜ ਦਿੱਤੇ, ਸਭ ਮੁਗਲ ਪਠਾਣੀਆਂ ਰੋ ਪਈਆਂ। ਪਾਏ ਵੈਣ ਕਬੂਤਰੀ ਆਲਣੇ ਚੋਂ, ਪਾਏ ਵੈਣ ਕਬੂਤਰੀ ਆਲਣੇ ਚੋਂ, ਪੱਥਰ ਦਿਲ ਸਵਾਣੀਆਂ ਰੋ ਪਈਆਂ। ਹਾਲੀ ਹਰ ਪਿਆਲ ਦੇ ਬਲਦ ਰੋ ਪਏ, ਹੱਥਾਂ ਵਿੱਚ ਪ੍ਰਾਣੀਆਂ ਰੋ ਪਈਆਂ। ਸਾਹਿਬਜ਼ਾਦਿਆਂ ਮੱਥੇ ਨਾਲ ਵੱਟ ਪਾਇਆ ਸੀ, ਆਕਾਸ਼ ਭਾਵੇਂ ਥਰ ਥਰਾ ਗਿਆ। ਨਿਰਛਲ ਆਈ ਉਦਾਸੀ ਨਾਲ ਚਿਹਰਿਆਂ ਤੇ ਮੁੜਕਾ ਪੱਥਰਾਂ ਦੇ ਮੂੰਹ ਤੇ ਆ ਗਿਆ। ਨੂਰਿਆ ਹੋਰ ਕੀ ਵਾਪਰਿਆ? ਕਹਿੰਦਾ ਦਾਤਾ ਦੁਨੀਆ ਤੇ ਇਦਾਂ ਦੇ ਬੰਦੇ ਵੀ ਹੈਗੇ ਜਿਹੜੇ ਲਾਲਚ ਦੀ ਖਾਤਰ ਫੈਸਲੇ ਨੂੰ ਪਲਟ ਦਿੰਦੇ ਨੇ। ਕਹਿੰਦੇ ਉਹ ਕਿਦਾਂ? ਕਹਿੰਦੇ ਦਾਤਾ ਜਦੋਂ ਕਚਹਿਰੀ ਵਿੱਚ ਵਿਚਾਰ ਚੱਲ ਰਿਹਾ ਤੇ ਸ਼ੇਰ ਮੁਹੰਮਦ ਨੂੰ, ਸ਼ੇਰ ਖਾਨ ਨੂੰ ਜਦੋਂ ਕਿਹਾ ਵੀ ਆਪਣੇ ਭਰਾ ਨਾਰ ਖਾਨ ਦਾ ਬਦਲਾ ਲੈ ਲਾ, ਉਹ ਕਹਿਣ ਲੱਗਾ ਵੀ ਬਦਲਾ ਲਾਂਗਾ ਇਹਨਾਂ ਦੇ ਬਾਪ ਕੋਲੋਂ। ਇਹ ਛੋਟੇ ਬੱਚੇ ਦੁੱਧ ਪੀਣ ਵਾਲੇ ਆ, ਇਹਨਾਂ ਨਾਲ ਮੇਰਾ ਕੋਈ ਵੀ ਵੈਰ ਨਹੀਂ ਹੈ। ਦਾਦਾ ਕਚਹਿਰੀ ਵਿੱਚ ਸਨਾਟਾ ਛਾ ਗਿਆ। ਕਹਿੰਦਾ ਫਿਰ ਫੈਸਲੇ ਨੂੰ ਬਦਲਿਆ। ਇੱਕ ਨੁਕਤੇ ਨਾਲ ਅੱਜ ਵੀ ਨਾ ਸਾਡੇ ਵੱਡੇ ਜਿੰਨੇ ਆਗੂ ਇਹਨਾਂ ਦੇ ਨਾਲ ਇੱਦਾਂ ਦੇ ਲੋਕ ਬੈਠੇ ਜਿਹੜੇ ਫੈਸਲੇ ਨੂੰ ਪ੍ਰਭਾਵਿਤ ਕਰਦੇ ਆ। ਸੁਚਾਨੰਦ ਬੈਠਾ, ਫੈਸਲੇ ਨੂੰ ਪ੍ਰਭਾਵਿਤ ਕਿੱਦਾਂ ਕੀਤਾ? ਉਹਨੇ ਕੁਛ ਨਹੀਂ ਕਿਹਾ ਵੀ ਨਾ ਨਾ ਸਜ਼ਾ, ਨਾ ਨਾ ਨਾ। ਆ ਦੇਖਿਓ ਫੈਸਲੇ ਨੂੰ ਕਿੱਦਾਂ ਪ੍ਰਭਾਵਿਤ ਕਰਦਾ। ਜਦੋਂ ਇਹ ਸਾਰੇ ਸਨਾਟਾ ਛਾ ਗਿਆ, ਸ਼ੇਰ ਆਪਣੇ ਮਲੇਰਕੋਟਲੇ ਵਾਲੇ ਸ਼ੇਰ ਖਾਨ ਨੇ ਇਹ ਗੱਲ ਕਹੀ ਵੀ ਮੈਂ ਇੱਦਾਂ ਦਾ ਕੰਮ ਨਹੀਂ ਕਰਨਾ। ਜਦੋਂ ਸਾਰਿਆਂ ਦੇ ਮਨ ਪਿਘਲ ਗਏ ਤੇ ਗੱਲ ਪੁੱਛਦਾ ਸੁਚਾਨੰਦ, ਉਹ ਬੱਚਿਓ ਤੁਹਾਨੂੰ ਛੱਡ ਦਈਏ ਕੀ ਕਰੋਗੇ? ਕਹਿੰਦੇ ਫੌਜਾਂ ਇਕੱਠੀਆਂ ਕਰਾਂਗੇ, ਲੋਕਾਂ ਦੀ ਆਜ਼ਾਦੀ ਲੜਾਈ ਲੜਾਂਗੇ ਅਸੀਂ, ਫਿਰ ਅਸੀਂ ਇੱਦਾਂ ਜੰਗ ਲੜਾਂਗੇ ਆਪਾਂ। ਯਾਨੀ ਮਾਹੌਲ ਦਾ ਪਾਸਾ ਜਿਹੜਾ ਉਹ ਦਿੱਤਾ। ਇੱਦਾਂ ਦੇ ਵੀ ਆ ਸਾਡੇ ਸਿੱਖ ਸਮਾਜ ਵਿੱਚ ਵੱਡਿਆਂ ਲੋਕਾਂ ਦੇ ਨਾਲ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਵਾਸਤੇ ਨਾਲ ਬੈਠੇ ਹੋਏ ਨੇ। ਤੇ ਸ਼ਾਇਦ ਦੇ ਬੜੇ ਪਿਆਰੇ ਬੋਲਦੇ, ਵੇਰਾਈ ਆ ਠਹਿਰ ਜਦ ਦੁਖੜੇ ਬੜੇ ਭਾਰੀ, ਅਜੇ ਮਰ ਕੇ ਇਤਿਹਾਸ ਦੇ ਭਰੇ ਹੋਏ ਨੇ। ਜ਼ਰਾ ਵੇਖ ਸਰਹੰਦ ਦੀ ਕੰਧ ਦੇ ਟੁਕੜੇ ਜਿਗਰ ਦੇ ਚਿਰਾਂ ਦੇ ਖੜੇ ਹੋਏ ਨੇ। ਜਿੱਥੇ ਦੇਸ਼ ਦੇ ਪਿਆਰ ਦੀ ਗੱਲ ਆਵੇ, ਮੈਨੂੰ ਫਾਂਸੀਆਂ ਬਹੁਤ ਪਿਆਰੀਆਂ ਨੇ। ਮੇਰੇ ਭਗਤ ਸਰਾਬੇ ਸ਼ਹੀਦ ਰਾਈਆ ਵੇ ਜਾਨਾਂ ਹੱਸ ਕੇ ਦੇਸ਼ ਲਈ ਵਾਰੀਆਂ ਨੇ। ਨਾ ਮੈਂ ਭੈ ਦੇਣਾ ਤੇ ਨਾ ਮੈਂ ਭੈ ਸਹਿਣਾ, ਨਾ ਮੈਂ ਭੈ ਦੇਣਾ ਤੇ ਨਾ ਮੈਂ ਭੈ ਸਹਿਣਾ। ਸੇਵਾ ਭਾਵ ਸਦਾ ਆਦਰਸ਼ ਮੇਰਾ, ਦਿਲਬੜ ਜਦੋਂ ਵੀ ਪਾਪ ਜਵਾਨ ਹੋ, ਰਹੂ ਜ਼ੁਲਮ ਨਾਲ ਸਦਾ ਸੰਘਰਸ਼ ਮੇਰਾ, ਰਹੂ ਜ਼ੁਲਮ ਨਾਲ ਸਦਾ ਸੰਘਰਸ਼ ਮੇਰਾ। ਛੋਟੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾ ਰਹੇ ਹਾਂ। ਉਹਨਾਂ ਦੀਆਂ ਵਿਚਾਰਾਂ ਕਰਨ ਵਾਲੀਆਂ ਸਾਡੀਆਂ ਕਥਾ ਛੋਟੀਆਂ ਨੇ, ਸਾਡੇ ਸ਼ਬਦ ਛੋਟੇ ਆ। ਉਹਨਾਂ ਦੀ ਵਡਿਆਈ, ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਹੈ। ਗੁਰੂ ਪਿਆਰ ਵਾਲੇ ਧੰਨਵਾਦ ਆ ਤੁਸੀਂ ਸਾਰੇ ਇਸ ਅਸਥਾਨ ਦੇ ਉੱਤੇ ਬੈਠ ਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ, ਸਿੰਘਾਂ ਦੇ ਸ਼ਹੀਦੀ ਦਿਨ ਤੁਸੀਂ ਯਾਦ ਕਰ ਰਹੇ ਹੋ। ਗੁਰੂ ਦੀ ਮਾਤਰ ਅਨੁਸਾਰ ਜੋ ਕਹਿਣ ਦਾ ਯਤਨ ਕੀਤਾ ਉਹ ਪ੍ਰਵਾਨ ਕਰਿਓ। ਭੁੱਲਾਂ ਮੇਰੀਆਂ, ਵਡਿਆਈ ਗੁਰੂ ਸਾਹਿਬ ਜੀ ਦੀ ਹੈ। ਕੋਈ ਸ਼ਬਦ ਚੰਗਾ ਲੱਗੇ ਹਿਰਦੇ 'ਚ ਵਸਾਇਆ ਜੇ। ਗੱਜ ਵੱਜ ਕੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।